ਦੋਸਤੋ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਮਾਲਾ ਮਣਕੇ ਤੇ। ਕਿਤਾਬ ਧੁੱਪਾਂ ਛਾਵਾਂ, ਲੇਖਕ ਨਰਿੰਦਰ ਸਿੰਘ ਕਪੂਰ। ਭਾਗ ਤੀਜਾ। ਸਾਡੇ ਸਕੂਲ ਦਾ ਨਾਂ ਖਾਲਸਾ ਸਕੂਲ ਸੀ। ਉਸ ਸਮੇਂ ਸ਼ਹਿਰ ਵਿੱਚ ਆਰੀਆ ਸਕੂਲ ਅਤੇ ਸਨਾਤਨ ਧਰਮ ਸਕੂਲ ਵੀ ਸਨ। ਮੈਂ ਮਹਿਸੂਸ ਕਰਦਾ ਹਾਂ ਕਿ ਕਿਸੇ ਧਰਮ ਜਾਂ ਫਿਰਕੇ ਨਾਲ ਜੁੜੇ ਸਕੂਲ ਪੂਰੇ ਸਕੂਲ ਨਹੀਂ ਹੁੰਦੇ, ਉਹਨਾਂ ਵਿੱਚ ਕੋਈ ਬੜੀ ਵੱਡੀ ਘਾਟ ਰਹਿ ਜਾਂਦੀ ਹੈ। ਹਰੇਕ ਗੁਰਪੁਰਬ ਦੇ ਅਵਸਰ 'ਤੇ ਸਾਡੇ ਸਕੂਲ ਦਾ ਬੈਂਡ ਅਤੇ ਵਿਦਿਆਰਥੀ ਸ਼ਹਿਰ ਵਿੱਚ ਨਿਕਲਣ ਵਾਲੇ ਨਗਰ ਕੀਰਤਨ ਵਿੱਚ ਸ਼ਾਮਲ ਹੋਇਆ ਕਰਦੇ ਸਨ ਅਤੇ ਹੁਣ ਵੀ ਹੁੰਦੇ ਹਨ। ਖਾਲਸਾ ਸਕੂਲ ਦੇ ਵਿਦਿਆਰਥੀ ਹੋਣ ਕਾਰਨ ਸਾਡੀ ਹਿੰਦੀ ਕਮਜ਼ੋਰ ਹੀ ਰਹੀ। ਸਾਡੇ ਹਿੰਦੀ ਦੇ ਅਧਿਆਪਕ ਬੜੇ ਯੋਗ ਅਤੇ ਮਿਹਨਤੀ ਸਨ, ਪਰ ਖਾਲਸਾ ਸਕੂਲ ਹੋਣ ਕਰਕੇ ਸਕੂਲ ਦਾ ਸਮੁੱਚਾ ਵਾਤਾਵਰਣ ਹਿੰਦੀ ਪ੍ਰਤੀ ਉਦਾਸੀਨ ਹੀ ਰਿਹਾ। ਮੈਨੂੰ ਸਭ ਤੋਂ ਵਧੇਰੇ ਡਰ ਧਾਰਮਿਕ ਦੇ ਅਧਿਆਪਕ ਤੋਂ ਲੱਗਦਾ ਸੀ। ਸਾਡੇ ਇਹ ਅਧਿਆਪਕ ਦਿਸਣ ਵਿੱਚ ਬੜੇ ਸਾਊ, ਸਰਲ ਅਤੇ ਧਾਰਮਿਕ ਬਿਰਤੀ ਵਾਲੇ ਲੱਗਦੇ ਸਨ, ਪਰ ਸੁਭਾਅ ਵਜੋਂ ਬੜੇ ਕੌੜੇ, ਸਖਤ ਅਤੇ ਬੇਲਚਕ ਸਨ। ਮੇਰੀ ਧਾਰਨਾ ਹੈ ਕਿ ਧਰਮ ਨਾਲ ਜੁੜੇ ਸਕੂਲ ਵਿਦਿਆਰਥੀਆਂ ਨੂੰ ਧਰਮ ਤੋਂ ਬੇਮੁਖ ਕਰ ਦਿੰਦੇ ਹਨ। ਮੈਨੂੰ ਧਾਰਮਿਕ ਦੇ ਅਧਿਆਪਕ ਨਾਲ ਖਾਸ ਚਿੜ ਸੀ, ਪਰ ਉਹ ਮੈਨੂੰ ਧਾਰਮਿਕ ਬਣਾਉਣ ਲਈ ਵਿਸ਼ੇਸ਼ ਤੌਰ 'ਤੇ ਬਜਿੱਦ ਸਨ। ਜਿਹੜੇ ਵਿਦਿਆਰਥੀ ਧਾਰਮਿਕ ਦੇ ਵਿਸ਼ੇ ਵਿੱਚ ਕਮਜ਼ੋਰ ਹੁੰਦੇ ਸਨ, ਉਹਨਾਂ ਨੂੰ ਸਾਡੇ ਇਹ ਅਧਿਆਪਕ ਕਲਾਸ ਦੇ ਅਖੀਰਲੇ ਬੈਂਚ 'ਤੇ ਖੜ੍ਹਾ ਕਰ ਦਿੰਦੇ ਸਨ। ਜਦੋਂ ਕਾਫਰਾਂ ਦੀ ਗਿਣਤੀ 3 ਹੋ ਜਾਂਦੀ ਸੀ ਤਾਂ ਇੱਕ ਪਾਸਿਓਂ ਖਲੋ ਕੇ ਮੱਛਰਦਾਨੀ ਵਾਲੀ ਪਤਲੀ ਸੋਟੀ ਨਾਲ ਉਹ ਸਾਡੇ 6 ਮਾਸੂਮ ਗੋਡਿਆਂ 'ਤੇ ਇੱਕੋ ਵਾਰੀ ਜ਼ੋਰ ਦਾ ਫੁੰਡਵਾਂ ਵਾਰ ਕਰਦੇ ਸਨ। ਕਲਾਸ ਦਾ ਸਾਹ ਰੁਕ ਜਾਂਦਾ ਸੀ, ਸਾਡੀਆਂ ਚੀਕਾਂ ਨਿਕਲ ਜਾਂਦੀਆਂ ਸਨ, ਪਰ ਅਸੀਂ ਅਧਿਆਪਕ ਦੀ ਸੋਟੀ ਨਾਲ ਵਾਰ ਕਰਨ ਦੀ ਮੁਹਾਰਤ ਦੀ ਦਾਰ ਜ਼ਰੂਰ ਦਿੰਦੇ ਸਾਂ। ਉਹਨਾਂ ਦੀ ਇਸ ਸਜ਼ਾ ਕਾਰਨ ਸਾਨੂੰ ਸਿੱਖ ਅਰਦਾਸ ਦੇ ਚਰਖੜੀਆਂ 'ਤੇ ਚੜ੍ਹਨ, ਪੁੱਠੀਆਂ ਖੱਲਾਂ ਲਹਾਉਣ ਵਾਲੇ ਵਾਕ ਪੂਰੇ ਸਮਝ ਆਉਂਦੇ ਸਨ। ਜੇ ਕਿਸੇ ਨੂੰ ਵਧੇਰੇ ਸਜ਼ਾ ਦੇਣੀ ਹੁੰਦੀ ਸੀ ਤਾਂ ਉਹ ਉਸ ਨੂੰ ਮੁਰਗਾ ਬਣਾ ਕੇ ਉਸ ਦੀ ਪਿੱਠ ਉੱਤੇ ਭਾਰੀ ਲਾਹੌਰੀ ਇੱਟ ਰੱਖ ਦਿੰਦੇ ਸਨ। ਅਸੀਂ ਜ਼ੁਲਮ ਸਹੇ, ਤਸੀਹੇ ਝੱਲੇ, ਪਰ ਸਿਦਕ ਨਹੀਂ ਹਾਰਿਆ ਅਤੇ ਅਸੀਂ ਸ਼ਰਧਾਵਾਨਾਂ ਵਾਂਗ 2 ਸਾਲ ਜ਼ੁਲਮਾਂ ਦਾ ਸਾਹਮਣਾ ਕੀਤਾ। ਸਕੂਲ ਵਿੱਚ ਮੇਰੇ ਅਖੀਰਲੇ 3 ਸਾਲ ਬੜੀ ਚੜ੍ਹਤ ਵਾਲੇ ਸਨ। ਮੇਰੇ ਕੋਲ ਪੜ੍ਹਾਈ ਸੰਬੰਧੀ ਜਾਂ ਸਕੂਲ ਦੀਆਂ ਯਾਦਾਂ ਹਨ ਜਾਂ ਯੂਨੀਵਰਸਿਟੀ ਦੀਆਂ। ਸਕੂਲ ਦੇ ਅਖੀਰਲੇ 3 ਸਾਲਾਂ ਵਿੱਚ ਮੈਂ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਪੜ੍ਹਨ ਵਾਸਤੇ ਰੋਜ਼ ਅਖਬਾਰਾਂ ਲਿਖਦਾ ਸਾਂ। ਮੇਰਾ ਜ਼ੋਰ ਉਤਸ਼ਾਹ ਵਧਾਉਣ ਵਾਲੀਆਂ ਖਬਰਾਂ ਲਿਖਣ 'ਤੇ ਹੁੰਦਾ ਸੀ, ਜਿਵੇਂ ਕਿਸੇ ਡੈਮ ਦੀ ਉਸਾਰੀ, ਸੰਯੁਕਤ ਰਾਸ਼ਟਰ ਦਾ ਕੋਈ ਮਹੱਤਵਪੂਰਨ ਨਿਰਣਾ, ਕੋਈ ਨਵੀਂ ਕਾਢ, ਕਿਸੇ ਮੋਰਚੇ ਦਾ ਹਾਲ, ਪੰਡਿਤ ਨਹਿਰੂ ਵੱਲੋਂ ਕਿਸੇ ਯੋਜਨਾ ਦਾ ਉਦਘਾਟਨ ਆਦਿ। ਇੱਕ ਬੋਰਡ ਉੱਤੇ ਲਿਖੀਆਂ ਦਿਨ ਭਰ ਦੀਆਂ 7-8 ਮੁੱਖ ਖਬਰਾਂ ਰਾਹੀਂ ਹਰ ਕਿਸੇ ਨੂੰ ਉਸ ਦਿਨ ਦੀ ਅਖਬਾਰ ਪੜ੍ਹ ਲੈਣ ਦਾ ਅਹਿਸਾਸ ਹੁੰਦਾ ਸੀ। ਮੇਰੇ ਇਸ ਉਪਰਾਲੇ ਨਾਲ ਵਿਦਿਆਰਥੀਆਂ ਵਿੱਚ ਨਵੀਆਂ ਗੱਲਾਂ ਜਾਣਨ, ਨਵੇਂ ਤੱਥਾਂ ਵਾਲੇ ਵਿਕਾਸ ਤੋਂ ਜਾਣੂ ਹੋਣ ਅਤੇ ਆਪਣੇ ਆਪ ਨੂੰ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਪੱਖਾਂ ਦੇ ਗਿਆਨ ਦੀ ਪ੍ਰਾਪਤੀ ਤੋਂ ਸਵੈ ਵਿਸ਼ਵਾਸ ਉਪਜਦਾ ਸੀ। ਖਬਰਾਂ ਲਿਖਣ ਦੀ ਇਸ ਜ਼ਿੰਮੇਵਾਰੀ ਕਾਰਨ ਮੈਂ ਕਦੇ ਵੀ ਸਕੂਲ ਤੋਂ ਗੈਰ ਹਾਜ਼ਰ ਨਹੀਂ ਹੋਇਆ। 9ਵੀਂ ਜਮਾਤ ਵਿੱਚ ਮੈਨੂੰ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਦੇਸ਼ਾਂ ਦੇ ਨਾਂ, ਉਹਨਾਂ ਦੀਆਂ ਰਾਜਧਾਨੀਆਂ ਅਤੇ ਉਹਨਾਂ ਦੀ ਕਰੰਸੀ ਦੇ ਨਾਂ ਪਤਾ ਹੁੰਦੇ ਸਨ। ਮੈਂ ਵਿਸ਼ਵ ਦੇ ਨਕਸ਼ੇ 'ਤੇ ਵੱਖ-ਵੱਖ ਦੇਸ਼ਾਂ ਨੂੰ ਪਛਾਣ ਸਕਦਾ ਸਾਂ। ਮੇਰੀ ਇਸ ਯੋਗਤਾ ਕਾਰਨ ਅਖਬਾਰ ਦੇ ਦਫ਼ਤਰ ਵਿੱਚ ਆਉਣ ਵਾਲੇ ਲੋਕਾਂ ਨੂੰ ਮਾਲਕ ਮੇਰੇ ਤੋਂ ਪ੍ਰਸ਼ਨ ਪੁੱਛਣ ਲਈ ਕਹਿੰਦੇ ਸਨ ਅਤੇ ਮੈਂ ਪੂਰੇ ਭਰੋਸੇ ਨਾਲ ਜਵਾਬ ਦਿੰਦਾ ਸਾਂ। ਅਸਲ ਵਿੱਚ ਆਮ ਸਧਾਰਨ ਵਿਅਕਤੀ ਨੂੰ 10-12 ਪ੍ਰਸਿੱਧ ਦੇਸ਼ਾਂ ਦੇ ਨਾਂ ਹੀ ਆਉਂਦੇ ਹੁੰਦੇ ਹਨ, ਜਿਸ ਕਾਰਨ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦੇਣੇ ਮੁਸ਼ਕਲ ਨਹੀਂ ਸਨ। ਵੱਖ-ਵੱਖ ਦੇਸ਼ਾਂ ਬਾਰੇ ਅਜਿਹੀ ਸੂਚਨਾ ਦੇ ਆਧਾਰ 'ਤੇ ਹੀ ਮਗਰੋਂ ਮੈਂ ਕਈ ਦੇਸ਼ ਘੁੰਮ ਸਕਿਆ। ਉਸ ਸਮੇਂ ਸਕੂਲ ਵਿੱਚ ਸਾਡੀ 3 ਬੁਲਾਰਿਆਂ ਦੀ ਟੀਮ ਹੁੰਦੀ ਸੀ, ਜਿਹੜੀ ਸਕੂਲ ਵੱਲੋਂ ਭਾਸ਼ਣ ਪ੍ਰਤੀਯੋਗਤਾਵਾਂ ਵਿੱਚ ਭਾਗ ਲੈਂਦੀ ਸੀ, ਇਨਾਮ ਜਿੱਤਦੀ ਸੀ ਅਤੇ ਸਕੂਲ ਦੀ ਸ਼ੋਭਾ ਵਧਾਉਂਦੀ ਸੀ। ਮਾਪਿਆਂ ਦੀ ਬੱਚਿਆਂ ਦੀ ਸਿੱਖਿਆ ਵਿੱਚ ਦਿਲਚਸਪੀ ਸਕੂਲ ਪੱਧਰ ਤੱਕ ਹੀ ਹੁੰਦੀ ਸੀ ਅਤੇ ਸਕੂਲ ਪੱਧਰ ਤੱਕ ਪ੍ਰਾਪਤ ਕੀਤੀਆਂ ਮਹਾਰਤਾਂ ਅਗਲੇਰੇ ਪੜਾਵਾਂ ਵਿੱਚ ਸਹਾਈ ਹੁੰਦੀਆਂ ਹਨ। ਸਕੂਲ ਵਿੱਚੋਂ ਅਸੀਂ ਜਿੱਥੇ ਜਾਂਦੇ ਸਾਂ, ਪਹਿਲਾ ਜਾਂ ਦੂਜਾ ਇਨਾਮ ਜਿੱਤ ਕੇ ਲਿਆਉਂਦੇ ਸਾਂ। ਉਸ ਵੇਲੇ ਕੱਪ ਜਾਂ ਟਰੋਫੀ ਜਾਂ ਸ਼ੀਲਡ ਇਨਾਮ ਵਿੱਚ ਮਿਲਦੀ ਸੀ। ਜਦੋਂ ਅਸੀਂ ਕੋਈ ਇਨਾਮ ਜਿੱਤ ਕੇ ਲਿਆਉਂਦੇ ਸਾਂ ਤਾਂ ਅਗਲੇ ਦਿਨ ਸਕੂਲ ਵਿੱਚ ਪ੍ਰਾਰਥਨਾ ਸਮੇਂ ਸਾਰੇ ਵਿਦਿਆਰਥੀ ਅਤੇ ਅਧਿਆਪਕਾਂ ਸਾਹਮਣੇ ਅਸੀਂ ਪ੍ਰਤੀਯੋਗਤਾ ਵਿੱਚ ਉਚਾਰੇ ਗਏ ਭਾਸ਼ਣ ਦੁਹਰਾਉਂਦੇ ਸਾਂ, ਜਿਨ੍ਹਾਂ ਦਾ ਵਿਦਿਆਰਥੀ ਤਾੜੀਆਂ ਮਾਰ ਕੇ ਸਵਾਗਤ ਕਰਦੇ ਸਨ। ਸਾਡਾ ਸਕੂਲ ਸਹੂਲਤਾਂ ਪੱਖੋਂ ਬਹੁਤੇ ਵਸੀਲਿਆਂ ਵਾਲਾ ਨਹੀਂ ਸੀ, ਪਰ ਅਸੀਂ ਇਨਾਮ ਜਿੱਤ ਕੇ ਇਸ ਨੂੰ ਪ੍ਰਸਿੱਧ ਕਰਦੇ ਅਤੇ ਇਸ ਦੀ ਸ਼ਾਨ ਵਧਾਉਂਦੇ। ਯੂਰਪ ਵਿੱਚ ਭਾਸ਼ਣ ਦੇਣ ਦੀ ਯੋਗਤਾ ਵਿਸ਼ੇਸ਼ ਤੌਰ 'ਤੇ ਵਿਕਸਿਤ ਕੀਤੀ ਜਾਂਦੀ ਹੈ।
ਇੰਗਲੈਂਡ ਵਿੱਚ 5 ਸਕੂਲ ਹਨ ਜਿਹੜੇ ਦੇਸ਼ ਲਈ ਪ੍ਰਧਾਨ ਮੰਤਰੀ ਸਿਰਜਣ ਦਾ ਕੰਮ ਕਰਦੇ ਹਨ। ਅਮਰੀਕਾ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਦੇਸ਼ ਦੇ ਰਾਸ਼ਟਰਪਤੀ ਉਸਾਰਦੀਆਂ ਹਨ। ਜਿਹੜੇ ਸਕੂਲ ਵਿਦਿਆਰਥੀਆਂ ਵਿੱਚ ਭਾਸ਼ਣ ਦੀ ਯੋਗਤਾ ਵਿਕਸਿਤ ਕਰਦੇ ਹਨ, ਉਹ ਸਕੂਲ ਦੇ ਸਾਰੇ ਵਿਦਿਆਰਥੀਆਂ ਵਿੱਚ ਸਵੈ ਵਿਸ਼ਵਾਸ ਉਸਾਰਨ ਦਾ ਉਪਰਾਲਾ ਵੀ ਕਰਦੇ ਹਨ। ਮੇਰੇ ਨਾਲ ਭਾਸ਼ਣ ਪ੍ਰਤੀਯੋਗਤਾ ਵਿੱਚ ਜਾਣ ਵਾਲਾ ਇੱਕ ਵਿਦਿਆਰਥੀ ਵਿਸ਼ਵ ਬੈਂਕ ਵਿੱਚ ਉੱਚੇ ਅਹੁਦੇ 'ਤੇ ਲੱਗਿਆ ਅਤੇ ਦੂਜਾ ਅਮਰੀਕਾ ਵਿੱਚ ਨਿਊਰੋਲੋਜੀ ਦਾ ਪ੍ਰਸਿੱਧ ਡਾਕਟਰ ਬਣਿਆ। ਹਰੇਕ ਦੀ ਜ਼ਿੰਦਗੀ ਵਿੱਚ ਕੁਝ ਮਹੱਤਵਪੂਰਨ ਮੋੜ ਆਉਂਦੇ ਹਨ ਜਿਹੜੇ ਜੀਵਨ ਦੀ ਦਸ਼ਾ ਅਤੇ ਦਿਸ਼ਾ ਦੋਵੇਂ ਬਦਲ ਦਿੰਦੇ ਹਨ। ਮੇਰੀ ਜ਼ਿੰਦਗੀ ਵਿੱਚ ਕੇਵਲ ਮੋੜ ਹੀ ਨਹੀਂ, ਕਈ ਕੂਹਣੀ ਮੋੜ ਵੀ ਆਏ ਜਿਨ੍ਹਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਅਤੇ ਜਿਨ੍ਹਾਂ ਤੋਂ ਮੈਂ ਬਹੁਤ ਕੁਝ ਸਿੱਖਿਆ। ਸਭ ਤੋਂ ਪਹਿਲਾ ਮੋੜ ਇਹ ਸੀ ਕਿ ਮੈਂ ਇੱਕ ਸੇਵਾ ਮੁਕਤ ਡਾਕਟਰ ਦੀ ਦੁਕਾਨ 'ਤੇ ਸਫਾਈ ਕਰਨ ਦਾ ਕੰਮ ਕਰਨ ਲੱਗਿਆ। ਘਰ ਤੋਂ ਬਾਹਰ ਇਹ ਮੇਰਾ ਪਹਿਲਾ ਟਿਕਾਣਾ ਸੀ। ਇਸ ਵੇਲੇ ਦੇਸ਼ ਨੂੰ ਆਜ਼ਾਦ ਹੋਏ 6 ਸਾਲ ਹੀ ਹੋਏ ਸਨ ਅਤੇ ਮੈਂ ਹਾਲੇ 9 ਸਾਲ ਦਾ ਨਹੀਂ ਹੋਇਆ ਸਾਂ। ਸਵੇਰੇ ਸਕੂਲ ਜਾਣ ਤੋਂ ਪਹਿਲਾਂ, ਨਾਸ਼ਤਾ ਕਰਨ ਤੋਂ ਵੀ ਪਹਿਲਾਂ ਘਰ ਤੋਂ 2 ਕੁ ਫਰਲਾਂਗ 'ਤੇ ਡਾਕਟਰ ਦੇ ਕਲੀਨਿਕ ਨੂੰ ਮੈਂ ਸਾਫ਼ ਕਰਦਾ ਸਾਂ, ਪੋਚਾ ਫੇਰਦਾ ਸਾਂ, ਕੁਰਸੀਆਂ ਮੇਜ਼ ਪੂੰਝਦਾ ਸਾਂ ਅਤੇ ਬਾਹਰ ਛਿੜਕਾਓ ਕਰਦਾ ਸਾਂ। ਉਸ ਵੇਲੇ ਮੇਰੀ ਸਕੂਲ ਦੀ ਫੀਸ ਵੀ 1 ਰੁਪਇਆ ਸੀ, ਜਿਹੜੀ ਡਾਕਟਰ ਵੱਲੋਂ ਮਿਲਣ ਵਾਲੀ ਤਨਖਾਹ ਨਾਲ ਅਦਾ ਹੁੰਦੀ ਸੀ। ਚੌਥੀ ਜਮਾਤ ਵਿੱਚ ਮੇਰੀ ਫੀਸ 4 ਰੁਪਏ ਹੋ ਗਈ ਅਤੇ ਮੇਰੀ ਤਨਖਾਹ 1 ਰੁਪਇਆ ਹੀ ਰਹੀ। ਸਾਫ਼ ਸਫਾਈ ਦਾ ਕੰਮ ਤਾਂ ਮੈਨੂੰ ਕੰਮ ਲੱਗਦਾ ਸੀ, ਪਰ ਐਤਵਾਰ ਨੂੰ ਡਾਕਟਰ ਦੇ ਘਰ ਜਾਣਾ ਪੈਂਦਾ ਸੀ, ਜਿੱਥੇ ਡਾਕਟਰ ਦੀ ਲੜਾਕੀ ਪਤਨੀ ਵੱਲੋਂ ਭਾਂਡੇ ਮੰਜਵਾਏ, ਕੱਪੜੇ ਧੁਲਵਾਏ ਅਤੇ ਸਾਰੇ ਘਰ ਦੀ ਸਫਾਈ ਕਰਵਾਈ ਜਾਂਦੀ ਸੀ। ਉਸ ਵੇਲੇ ਮੈਨੂੰ ਸਮਝ ਨਹੀਂ ਸੀ, ਪਰ ਇਹ ਵਿਗਾੜ ਸੀ। ਇਸ ਐਤਵਾਰੀ ਵਿਗਾੜ ਦੀ ਵਿਰੋਧਤਾ ਕਾਰਨ ਮੈਂ ਡਾਕਟਰ ਦੇ ਕਲੀਨਿਕ ਦੇ ਨਾਲ ਅਖਬਾਰ ਦੇ ਛਾਪੇਖਾਨੇ ਵਿੱਚ ਦਿਲਚਸਪੀ ਲੈਣ ਲੱਗ ਪਿਆ ਸਾਂ। ਉੱਥੇ ਮੈਂ ਨਿੱਕੇ ਮੋਟੇ ਕੰਮ ਕਰਦਾ ਸਾਂ ਅਤੇ ਅਖਬਾਰ ਦੇ ਮਾਲਕ ਨੇ ਮੈਨੂੰ 4 ਰੁਪਏ ਮਹੀਨੇ ਦੇ ਨੌਕਰ ਰੱਖ ਲਿਆ। ਜਿੱਥੇ ਮੈਂ 10ਵੀਂ ਦੀ ਪ੍ਰੀਖਿਆ ਤੱਕ ਰਿਹਾ ਅਤੇ ਤਨਖਾਹ 4 ਤੋਂ 5 ਅਤੇ 5 ਤੋਂ 6 ਹੋ ਗਈ, ਪਰ ਨਾਲ ਹੀ ਮੈਂ ਛਾਪੇਖਾਨੇ ਦਾ ਕੰਮ ਕਰਦਾ ਸਾਂ, ਜਿਸ ਤੋਂ ਕੁਝ ਪੈਸੇ ਬਣ ਜਾਂਦੇ ਸਨ। ਅਖਬਾਰ ਵਿੱਚ ਕੰਮ ਕਰਨਾ ਬੜਾ ਮਹੱਤਵਪੂਰਨ ਮੋੜ ਸੀ। ਇੱਥੇ ਅਖਬਾਰਾਂ ਪੜ੍ਹਨ ਦੀ ਸਹੂਲਤ ਸੀ, ਭਾਂਤ-ਭਾਂਤ ਦੇ ਲੋਕਾਂ ਨੂੰ ਵੇਖਣ, ਸੁਣਨ, ਜਾਣਨ ਦਾ ਮੌਕਾ ਸੀ। ਇੱਥੇ ਮੈਨੂੰ ਭਾਂਤ-ਭਾਂਤ ਦੇ ਲੋਕਾਂ ਦੇ ਸੁਭਾਅ ਜਾਣਨ ਸਮਝਣ ਦਾ ਅਵਸਰ ਮਿਲਿਆ। ਇੱਥੇ ਕੰਮ ਕਰਦਿਆਂ ਇੱਕ ਨਵੀਂ ਦੁਨੀਆ ਮੇਰੇ ਸਾਹਮਣੇ ਖੁੱਲ੍ਹਣ ਲੱਗ ਪਈ ਸੀ। ਇਸ ਸਮੇਂ ਗੋਆ ਦੀ ਆਜ਼ਾਦੀ ਦਾ ਸੰਘਰਸ਼ ਚੱਲ ਰਿਹਾ ਸੀ ਅਤੇ ਅਲਜੀਰੀਆ ਫਰਾਂਸ ਤੋਂ ਸੁਤੰਤਰ ਹੋਣ ਦੀ ਪ੍ਰਸੂਤ ਪੀੜਾ ਵਿੱਚੋਂ ਲੰਘ ਰਿਹਾ ਸੀ। ਮੇਰੇ ਦਿਲ ਵਿੱਚ ਇਹਨਾਂ ਸੰਗਰਾਮਾਂ ਵਿੱਚ ਸ਼ਹੀਦ ਹੋ ਕੇ ਪ੍ਰਸਿੱਧ ਅਤੇ ਅਮਰ ਹੋਣ ਦੀ ਤਾਂਘ ਜਾਗਦੀ ਸੀ। ਅਖਬਾਰ ਵਿੱਚ ਸਾਰਾ ਦਿਨ ਗਹਿਮਾ ਗਹਿਮੀ ਰਹਿੰਦੀ ਸੀ। 1.5 ਫਰਲਾਂਗ ਦੇ ਫਾਸਲੇ 'ਤੇ ਕਿਲੇ ਵਿੱਚ ਪੈਪਸੂ ਦੀ ਅਸੈਂਬਲੀ ਦਾ ਇਜਲਾਸ ਹੁੰਦਾ ਸੀ। ਇੱਥੇ ਛਾਪੇਖਾਨੇ ਵਿੱਚ ਕੰਮ ਕਰਨਾ ਮੈਨੂੰ ਚੰਗਾ ਲੱਗਦਾ ਸੀ ਅਤੇ ਮੈਂ ਬਿਨਾਂ ਉਜਰਤ ਦੇ ਵੀ ਕੰਮ ਕਰਨ ਲਈ ਤਿਆਰ ਸਾਂ। ਮੈਨੂੰ ਫਿਕਰ ਰਹਿੰਦਾ ਸੀ ਕਿ ਕਿਧਰੇ ਮਾਲਕ ਮੈਨੂੰ ਕੱਢ ਨਾ ਦੇਣ। ਅਸੁਰੱਖਿਆ ਦੀ ਇਸ ਭਾਵਨਾ ਕਾਰਨ ਮੈਂ ਇਤਨੇ ਕੰਮਾਂ ਦਾ ਬੋਝ ਚੁੱਕਿਆ ਹੋਇਆ ਸੀ ਕਿ ਮਾਲਕਾਂ ਦਾ ਮੇਰੇ ਤੋਂ ਬਿਨਾਂ ਸਰਦਾ ਹੀ ਨਹੀਂ ਸੀ। ਜ਼ਰੂਰ ਚਿੰਤਾ ਕਰਦੇ ਹੋਣਗੇ ਕਿ ਕਿਧਰੇ ਮੈਂ ਛੱਡ ਨਾ ਜਾਵਾਂ। ਅਸੁਰੱਖਿਆ ਦੀ ਭਾਵਨਾ ਕਾਰਨ ਕਈ ਅਣਮੰਗੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ। ਲਗਭਗ 300 ਅਖਬਾਰਾਂ ਨੂੰ ਡੱਬੇ ਬਣਾ ਕੇ ਗਾਹਕਾਂ ਦੇ ਐਡਰੈਸਾਂ ਦੀਆਂ ਚੇਪੀਆਂ ਅਤੇ ਡਾਕ ਟਿਕਟਾਂ ਲਾਉਣਾ ਮੇਰੀ ਮੁੱਖ ਜ਼ਿੰਮੇਵਾਰੀ ਸੀ, ਜਿਹੜੀ ਮੈਂ ਸਮੇਂ ਦੀ ਪਾਬੰਦੀ ਨਾਲ ਨਿਭਾਉਂਦਾ ਸਾਂ। ਇਸ ਕੰਮ ਨੇ ਮੇਰੇ ਵਿੱਚ ਕੰਮ ਕਰਨ ਅਤੇ ਸਮੇਂ ਸੀਮਾ ਵਿੱਚ ਕੰਮ ਨਿਪਟਾਉਣ ਦੀ ਸਾਰਾ ਜੀਵਨ ਕੰਮ ਆਉਣ ਵਾਲੀ ਆਦਤ ਪਾਈ। ਮੇਰੇ ਜੀਵਨ ਵਿੱਚ ਦੂਜਾ ਮਹੱਤਵਪੂਰਨ ਮੋੜ ਇਹ ਸੀ ਕਿ ਮੇਰੀ BA ਕਰਦਿਆਂ ਹੀ ਪਟਿਆਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਹੋਈ। ਯੂਨੀਵਰਸਿਟੀ ਦੇ ਉਦਘਾਟਨੀ ਸਮਾਰੋਹ ਵਿੱਚ ਮੈਂ ਸ਼ਾਮਲ ਸਾਂ, ਜਿੱਥੇ ਭਾਰਤ ਦੇ ਫਿਲਾਸਫਰ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਨੇ ਭਾਸ਼ਣ ਦਿੱਤਾ, ਜਿਸ ਤੋਂ ਪ੍ਰਭਾਵਿਤ ਹੋ ਕੇ ਮੈਂ ਫਿਲਾਸਫੀ ਦੀ MA ਕਰਨ ਦਾ ਸੁਪਨਾ ਵੇਖਿਆ। ਉਂਝ ਉਸ ਵੇਲੇ ਮੈਂ ਬਿਜਲੀ ਬੋਰਡ ਵਿੱਚ ਲੱਗਿਆ ਹੋਇਆ ਸਾਂ, ਪਰ ਕੁਝ ਮਹੱਤਵਪੂਰਨ ਕਰਨ ਦੀ ਮੇਰੀ ਤੀਬਰ ਰੀਝ ਸੀ। ਯੂਨੀਵਰਸਿਟੀ ਵਿੱਚ ਦਾਖਲ ਹੋ ਕੇ ਪੜ੍ਹਨ ਦਾ ਫੈਸਲਾ ਮੈਂ ਯੂਨੀਵਰਸਿਟੀ ਦੇ ਉਦਘਾਟਨੀ ਸਮਾਗਮ ਸਮੇਂ ਹੀ ਕਰ ਲਿਆ ਸੀ। ਸੋ ਇਸ ਉਦੇਸ਼ ਲਈ ਮੈਂ ਵਾਧੂ ਕੰਮ ਕਰਕੇ ਅਤੇ ਬਚਤ ਕਰਕੇ ਲੋੜੀਂਦੇ ਪੈਸੇ ਜੋੜਨ ਲੱਗ ਪਿਆ ਸਾਂ। ਮੇਰੇ ਵਰਗੇ ਪਿਛੋਕੜ ਵਾਲੇ ਵਿਅਕਤੀ ਲਈ ਯੂਨੀਵਰਸਿਟੀ ਵਿੱਚ ਪੜ੍ਹਨਾ ਸੌਖਾ ਨਹੀਂ ਸੀ, ਪਰ ਮੈਂ ਹਰ ਮੁਸ਼ਕਿਲ ਵਿੱਚੋਂ ਲੰਘਣ ਲਈ ਤਿਆਰ ਸਾਂ। ਭਰੋਸਾ ਨਹੀਂ ਸੀ ਕਿ ਦਾਖਲਾ ਮਿਲ ਜਾਵੇਗਾ। ਮੇਰੇ BA ਵਿੱਚੋਂ ਨੰਬਰ ਚੰਗੇ ਸਨ। ਦਾਖਲੇ ਵੇਲੇ ਦਾਖਲਾ ਲੈਣ ਵਾਲਿਆਂ ਦੀ ਗਿਣਤੀ ਵਧੇਰੇ ਹੋਣ ਕਰਕੇ ਪ੍ਰਵੇਸ਼ ਪ੍ਰੀਖਿਆ ਵੀ ਹੋਈ, ਪਰ ਪ੍ਰੀਖਿਆ ਤੋਂ ਪਹਿਲਾਂ ਇਹ ਘੋਸ਼ਣਾ ਵੀ ਕੀਤੀ ਗਈ ਸੀ ਕਿ BA ਵਿੱਚ ਅੰਗਰੇਜ਼ੀ ਦੇ ਵਿਸ਼ੇ ਵਿੱਚੋਂ 60% ਤੋਂ ਵਧੇਰੇ ਅੰਕਾਂ ਵਾਲੇ ਉਮੀਦਵਾਰ ਪ੍ਰਵੇਸ਼ ਪ੍ਰੀਖਿਆ ਤੋਂ ਬਿਨਾਂ ਹੀ ਦਾਖਲ ਕੀਤੇ ਜਾਣਗੇ। ਪਰ ਅਸੁਰੱਖਿਆ ਦੀ ਭਾਵਨਾ ਕਾਰਨ ਮੈਂ ਪ੍ਰਵੇਸ਼ ਪ੍ਰੀਖਿਆ ਵਿੱਚ ਵੀ ਬਹਿ ਗਿਆ ਅਤੇ ਇਸ ਵਿੱਚ ਪਹਿਲੇ 5 ਸਫਲ ਉਮੀਦਵਾਰਾਂ ਵਿੱਚ ਘੋਸ਼ਿਤ ਕੀਤਾ ਗਿਆ।
ਦਾਖਲੇ ਲਈ ਮੁਲਾਕਾਤ ਵੇਲੇ ਮੈਨੂੰ ਦੱਸਿਆ ਗਿਆ ਕਿ ਮੈਨੂੰ ਪ੍ਰਵੇਸ਼ ਪ੍ਰੀਖਿਆ ਦੇਣ ਦੀ ਲੋੜ ਨਹੀਂ ਸੀ। ਅਸੁਰੱਖਿਆ ਦੀ ਭਾਵਨਾ ਕਈਆਂ ਨੂੰ ਅੱਗੇ ਆਉਣ ਹੀ ਨਹੀਂ ਦਿੰਦੀ। ਯੂਨੀਵਰਸਿਟੀ ਵਿੱਚ ਪੜ੍ਹਦਿਆਂ ਹੋਰਾਂ ਵਾਂਗ ਮੈਂ ਵੀ ਸਵੇਰੇ ਹੀ ਯੂਨੀਵਰਸਿਟੀ ਆ ਜਾਂਦਾ ਸਾਂ ਅਤੇ ਸ਼ਾਮ ਨੂੰ ਪਰਤਦਾ ਸਾਂ। ਉਦੋਂ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਸਾਰੇ ਕੋਰਸਾਂ ਦੇ ਵਿਦਿਆਰਥੀ ਗੰਭੀਰਤਾ ਨਾਲ ਪੜ੍ਹਾਈ ਕਰਦੇ ਸਨ। ਅੰਗਰੇਜ਼ੀ ਭਾਸ਼ਾ ਅਤੇ ਅੰਗਰੇਜ਼ੀ ਸਾਹਿਤ ਨੇ ਮੇਰੇ ਲਈ ਸਾਹਿਤਕ ਗਿਆਨ ਦੇ ਬੁਲੰਦ ਦਰਵਾਜ਼ੇ ਖੋਲ੍ਹ ਦਿੱਤੇ ਸਨ। ਬੜਾ ਆਨੰਦ ਆਇਆ। ਲੜਕੇ ਲੜਕੀਆਂ ਦਾ ਆਪਸੀ ਵਰਤਾਓ ਖੁੱਲ੍ਹਾ ਖਲਾਸਾ, ਬੜਾ ਨਿੱਘਾ ਅਤੇ ਪਰਸਪਰ ਵਿਸ਼ਵਾਸ ਵਾਲਾ ਸੀ। ਮੈਂ ਯੂਨੀਵਰਸਿਟੀ ਦੇ ਨਿਰਮਾਣ ਦੇ ਹਰੇਕ ਪੜਾਅ ਨੂੰ ਵੇਖਿਆ ਹੈ। ਮੁੱਢ ਵਿੱਚ ਟਾਵੀਂ ਇਮਾਰਤ ਹੁੰਦੀ ਸੀ। ਛੋਟੀ ਜਿਹੀ ਕੰਟੀਨ ਹੁੰਦੀ ਸੀ ਜਿੱਥੇ ਕਈ ਵਾਰੀ ਅਸੀਂ ਆਪ ਹੀ ਪਕੌੜੇ ਤਾਲਿਆ ਕਰਦੇ ਸਾਂ। ਰਸਤੇ ਵਿੱਚ ਹੀਰਾ ਬਾਗ ਨਾਂ ਦਾ ਮਾਲਟਿਆਂ ਦਾ ਇੱਕ ਬਾਗ ਹੁੰਦਾ ਸੀ ਜਿੱਥੇ 1 ਰੁਪਇਆ ਦੇ ਕੇ ਅੰਦਰ ਵੜ ਕੇ ਕੋਈ ਜਿਤਨੇ ਚਾਹੇ ਮਾਲਟੇ ਖਾ ਸਕਦਾ ਸੀ। ਉਦੋਂ ਲੜਕੇ ਹੀ ਨਹੀਂ, ਲੜਕੀਆਂ ਵੀ ਸਾਈਕਲ 'ਤੇ ਆਉਂਦੀਆਂ ਸਨ। ਟਾਂਗੇ ਚੱਲਦੇ ਸਨ ਜਿਨ੍ਹਾਂ ਨੂੰ ਕਈ ਵਾਰੀ ਅਸੀਂ ਆਪ ਹੀ ਚਲਾ ਕੇ ਲੈ ਜਾਂਦੇ ਸਾਂ ਅਤੇ ਸਵਾਰੀਆਂ ਬਣੀਆਂ ਕੁੜੀਆਂ ਮੁੰਡੇ ਗਾਣੇ ਗਾਉਂਦੇ ਜਾਂਦੇ ਸਨ। ਹੁਣ ਇਹ ਸਾਰਾ ਕੁਝ ਪਰੀਆਂ ਦੇ ਦੇਸ਼ ਦੀਆਂ ਗੱਲਾਂ ਲੱਗਦੀਆਂ ਹਨ। ਯੂਨੀਵਰਸਿਟੀ ਵਿੱਚ ਖੱਦਰ ਨੂੰ ਵੀ ਰੇਸ਼ਮ ਵਾਲਾ ਰੰਗ ਚੜ੍ਹ ਜਾਂਦਾ ਹੈ। ਯੂਨੀਵਰਸਿਟੀ ਜ਼ਰੂਰ ਪੜ੍ਹਨਾ ਚਾਹੀਦਾ ਹੈ। ਇਸ ਨਾਲ ਦਿਲ ਦਿਮਾਗ ਦੇ ਬੰਦ ਬੂਹੇ ਬਾਰੀਆਂ ਖੁੱਲ੍ਹਦੇ ਹਨ ਅਤੇ ਸਾਰਾ ਜੀਵਨ ਕਰਨ ਵਾਲੀਆਂ ਗੱਲਾਂ ਸੁੱਝਦੀਆਂ ਹਨ। ਯੂਨੀਵਰਸਿਟੀ ਵਿੱਚ ਪੜ੍ਹਦਿਆਂ ਕਿਸੇ ਨਾ ਕਿਸੇ ਨਾਲ ਜ਼ਰੂਰ ਪਿਆਰ ਹੋਵੇਗਾ। ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਹੈ। ਜਦੋਂ ਮੈਂ ਯੂਨੀਵਰਸਿਟੀ ਵਿੱਚ ਦਾਖਲ ਹੋਇਆ ਤਾਂ ਮੁੱਢਲੇ ਦਿਨਾਂ ਵਿੱਚ ਹੀ ਸਾਡੇ ਗੁਆਂਢ ਵਿੱਚ ਰਹਿੰਦੇ ਸ਼ਹਿਰ ਦੇ ਦੂਜੇ ਪ੍ਰਸਿੱਧ ਦਰਜੀ ਨੇ ਮੈਨੂੰ ਕਿਹਾ ਕਿ ਜੇ ਸੰਭਵ ਹੋਵੇ ਤਾਂ ਸ਼ਾਮ ਦੇ ਕੁਝ ਘੰਟੇ ਮੈਂ ਉਸ ਦੀ ਮਦਦ ਕਰਿਆ ਕਰਾਂ। ਪੜ੍ਹਨ ਲਿਖਣ ਦਾ ਕੰਮ ਮੈਂ ਸਵੇਰੇ ਕਰ ਲੈਂਦਾ ਸਾਂ, ਸੋ ਸ਼ਾਮ ਨੂੰ 4 ਤੋਂ 8 ਵਜੇ ਮੈਂ ਇਸ ਦਰਜੀਖਾਨੇ ਦੇ ਮੈਨੇਜਰ ਵਜੋਂ ਕੰਮ ਕਰਨ ਲੱਗ ਪਿਆ। ਮੈਨੂੰ ਉਂਝ ਵੀ ਕੰਮ ਅਤੇ ਕਮਾਈ ਕਰਕੇ ਪੜ੍ਹਾਈ ਕਰਨ ਦੀ ਆਦਤ ਸੀ। ਭਾਵੇਂ ਮੈਂ ਆਪਣੀ 2 ਸਾਲ ਦੀ ਪੜ੍ਹਾਈ ਲਈ ਸਾਧਨ ਉਪਜਾਏ ਸਨ, ਪਰ ਉਸ ਤੋਂ ਮਿਲਣ ਵਾਲੇ 70 ਰੁਪਏ ਨਾਲ ਮੈਂ ਆਪਣੇ ਪਰਿਵਾਰ ਦੀ ਮਦਦ ਕਰਨ ਲੱਗਿਆ। ਮੇਰਾ ਵੱਡਾ ਭਰਾ ਉਸ ਵੇਲੇ ਬਿਜਲੀ ਬੋਰਡ ਵਿੱਚ ਲੱਗਿਆ ਹੋਇਆ ਸੀ। ਮੈਨੂੰ ਕਲਰਕ ਦੀ ਮਹੀਨੇ ਦੀ ਉਸ ਵੇਲੇ ਦੀ 100 ਰੁਪਏ ਤਨਖਾਹ ਦੀ ਤੁਲਨਾ ਵਿੱਚ 70 ਰੁਪਏ ਬੜੀ ਵੱਡੀ ਤਰਵਾਹ ਸੀ। ਉਸ ਵੇਲੇ ਦਰਜੀਖਾਨੇ ਵਿੱਚ 40 ਕਾਮੇ ਸਨ ਜਿੱਥੇ ਪੁਰਸ਼ਾਂ ਦੇ ਕੱਪੜੇ ਸੀਤੇ ਜਾਂਦੇ ਸਨ। ਇਹ ਸ਼ਹਿਰ ਦਾ ਦੂਜਾ ਮਹਿੰਗਾ ਅਤੇ ਪ੍ਰਸਿੱਧ ਦਰਜੀ ਸੀ। ਪਹਿਲੇ ਨੰਬਰ 'ਤੇ ਜਸਲ ਸੀ ਜਿਹੜਾ ਮਹਾਰਾਜਾ ਪਟਿਆਲਾ ਅਤੇ ਉਸ ਦੇ ਘਰਾਣੇ ਦਾ ਦਰਜੀ ਸੀ। ਜਿਸ ਦਰਜੀ ਦਾ ਮੈਂ ਮੈਨੇਜਰ ਸਾਂ ਉਸ ਦੇ ਬਹੁਤੇ ਗਾਹਕ ਮੈਡੀਕਲ ਕਾਲਜ ਦੇ ਡਾਕਟਰ ਅਤੇ ਵਿਦਿਆਰਥੀ, ਥਾਪਰ ਕਾਲਜ ਦੇ ਇੰਜੀਨੀਅਰ ਦੇ ਵਿਦਿਆਰਥੀ ਅਤੇ ਪ੍ਰੋਫੈਸਰ ਅਤੇ ਉਸ ਵੇਲੇ ਹਵਾਈ ਅੱਡੇ 'ਤੇ ਪਾਇਲਟਾਂ ਦੀ ਸਿਖਲਾਈ ਵਾਲੇ ਵਿਅਕਤੀ ਅਤੇ ਚੰਗੇ ਵਸੀਲਿਆਂ ਵਾਲੇ ਲੋਕ ਸਨ। ਨਾਪ ਤਾਂ ਮਾਸਟਰ ਜੀ ਲੈਂਦੇ ਸਨ, ਲਿਖਦਾ ਮੈਂ ਸਾਂ। ਕੰਮ ਨੂੰ ਆਧੁਨਿਕ ਦਿੱਖ ਦੇਣ ਲਈ ਮੈਂ ਲਿਫਾਫੇ, ਬੁਕਿੰਗ ਰਜਿਸਟਰ, ਰਸੀਦਾਂ, ਬਿੱਲ ਆਦਿ ਅੰਗਰੇਜ਼ੀ ਵਿੱਚ ਛਪਵਾਏ ਅਤੇ ਤਿਆਰ ਕੱਪੜਿਆਂ ਦੀ ਡਿਲੀਵਰੀ ਸ਼ਾਮ ਨੂੰ 6 ਤੋਂ 8 ਵਜੇ ਵਿਚਕਾਰ ਨਿਸ਼ਚਿਤ ਕੀਤੀ, ਜਿਸ ਕਾਰਨ ਬਹੁਤਾ ਲੈਣ ਦੇਣ ਸ਼ਾਮ ਨੂੰ ਹੁੰਦਾ ਸੀ, ਜਿਸ ਦੀ ਮੈਂ ਦੇਖਭਾਲ ਕਰਦਾ ਸਾਂ। ਇਹਨਾਂ ਚੁਸਤ ਦਰੁਸਤ ਫੁਰਤੀਲੇ ਪੜ੍ਹੇ ਲਿਖੇ ਚੰਗੇ ਪਰਿਵਾਰਾਂ ਦੇ ਗਾਹਕਾਂ ਨਾਲ ਵਰਤਦਿਆਂ ਬੜਾ ਕੁਝ ਸਿੱਖਣ ਨੂੰ ਮਿਲਿਆ। ਇਸ ਦਰਜੀਖਾਨੇ ਵਿੱਚ ਮੈਨੇਜਰੀ ਕਰਦਿਆਂ ਮੇਰੇ ਆਪਣੇ ਲਿਬਾਸ ਦੀ ਪੱਧਰ ਸੁਧਰ ਗਈ। ਇੱਥੇ ਮੈਂ ਚੰਗੇ ਢੁਕਵੇਂ ਕੱਪੜੇ ਦੀ ਪਛਾਣ ਕਰਨੀ ਸਿੱਖੀ। ਦਰਜੀਖਾਨੇ ਦੀ ਆਮਦਨ ਵਧਣ ਨਾਲ ਮੇਰੇ ਸਰੋਤ ਵੀ ਵਧੇ। ਇੱਥੇ ਕੰਮ ਕਰਨ ਦਾ ਸਭ ਤੋਂ ਵੱਡਾ ਲਾਭ ਇਹ ਹੋਇਆ ਕਿ ਬਦਲ ਰਹੇ, ਨਵੇਂ ਉਸਰ ਰਹੇ ਭਾਰਤ ਦੀ ਤਸਵੀਰ ਵੇਖਣ ਦਾ ਅਵਸਰ ਮਿਲਿਆ। ਇੱਥੇ ਮੈਂ ਆਪਣੇ ਮੇਚ ਦਾ ਬਣਿਆ ਪਹਿਲਾ ਕੋਟ ਪਾਇਆ। ਦੇਹਰਾਦੂਨ ਫੌਜ ਵਿੱਚ ਅਫਸਰ ਭਰਤੀ ਹੋਣ ਵੇਲੇ ਮੁਲਾਕਾਤ ਲਈ ਮੈਂ ਮੰਗਵਾ ਕੋਟ ਪਾ ਕੇ ਗਿਆ ਸਾਂ, ਜਿਸ ਨਾਲ ਮੈਨੂੰ ਸੋਝੀ ਹੋਈ ਕਿ ਮਾਂਗਵੇਂ ਕੋਟ ਨਾਲ ਅਫਸਰ ਨਹੀਂ ਲੱਗਿਆ ਜਾ ਸਕਦਾ। ਇੱਥੇ ਕੰਮ ਕਰਦਿਆਂ ਲਿਬਾਸ ਦੇ ਮਹੱਤਵ ਦਾ ਪਤਾ ਲੱਗਿਆ, ਜਿਸ ਸੰਬੰਧੀ ਮੈਂ ਮਗਰੋਂ ਕਈ ਲੇਖ ਲਿਖੇ। ਵਿਅਕਤੀ ਦੀ ਸਫਲਤਾ ਵਿੱਚ ਉਸ ਦਾ ਲਿਬਾਸ ਬੜੀ ਵੱਡੀ ਭੂਮਿਕਾ ਨਿਭਾਉਂਦਾ ਹੈ। ਇਸ ਤੱਥ ਨੂੰ ਮੈਂ ਆਪਣੇ ਲੇਖ ਸਫਲਤਾ ਦਾ ਲਿਬਾਸ ਵਿੱਚ ਪੇਸ਼ ਕੀਤਾ ਹੈ। ਲਿਬਾਸ ਮਹਿੰਗਾ ਨਹੀਂ, ਢੁਕਵਾਂ ਅਤੇ ਸਹੀ ਮੇਚ ਦਾ ਹੋਣਾ ਚਾਹੀਦਾ ਹੈ। ਇਹ ਅਵਸਰ ਅਤੇ ਮੌਕੇ ਅਨੁਸਾਰ ਹੋਣਾ ਚਾਹੀਦਾ ਹੈ। ਤੁਹਾਡਾ ਲਿਬਾਸ ਕਿਸੇ ਦੇ ਲਿਬਾਸ ਦੀ ਨਕਲ ਨਹੀਂ, ਇਹ ਤੁਹਾਡਾ ਲਿਬਾਸ ਹੋਣਾ ਚਾਹੀਦਾ ਹੈ। ਲਿਬਾਸ ਅਜਿਹਾ ਹੋਵੇ ਜਿਹੜਾ ਸਹੀ ਹੋਣ ਕਰਕੇ ਸਭ ਥਾਵਾਂ 'ਤੇ ਪ੍ਰਵਾਨ ਹੋਵੇ। ਗਿਆਨੀ ਜੈਲ ਸਿੰਘ ਦਾ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ, ਅਮਰੀਕੀ ਰਾਸ਼ਟਰਪਤੀ ਓਬਾਮਾ ਦਾ ਲਿਬਾਸ ਉਹਨਾਂ ਦੀ ਪਛਾਣ ਬਣੇ ਹਨ। ਇਸਤਰੀਆਂ ਆਪਣੇ ਲਿਬਾਸ ਵੱਲ ਵਿਸ਼ੇਸ਼ ਧਿਆਨ ਦਿੰਦੀਆਂ ਹਨ। ਉਮਰ ਦੇ ਵਧਣ ਨਾਲ ਲਿਬਾਸ ਵੀ ਬਦਲਦਾ ਹੈ। ਲਿਬਾਸ ਸਾਫ ਸੁਥਰਾ ਅਤੇ ਸੁਖਾਵਾਂ ਹੋਣਾ ਚਾਹੀਦਾ ਹੈ। ਇੱਥੇ ਮੈਂ ਲਿਬਾਸ ਦੇ ਆਧਾਰ 'ਤੇ ਵਿਅਕਤੀ ਬਾਰੇ ਉਸ ਦੇ ਬੋਲਣ ਤੋਂ ਪਹਿਲਾਂ ਉਸ ਬਾਰੇ ਅਨੁਮਾਨ ਲਾਉਣ ਦੀ ਜਾਂਚ ਸਿੱਖੀ। ਦੋਸਤੋ, ਇਸ ਦੇ ਨਾਲ ਹੀ ਇਹਦਾ ਆਪਾਂ ਤੀਜਾ ਭਾਗ ਖਤਮ ਕਰਦੇ ਹਾਂ। ਫਿਰ ਮਿਲਾਂਗੇ ਇਹਦੇ ਚੌਥੇ ਭਾਗ ਦੇ ਨਾਲ। ਧੰਨਵਾਦ।